ਵਾਹਿਗੁਰੂ जी की फतेह। ਅੱਜ ਆਪਾਂ ਕੁਝ ਕੁ ਵਿਚਾਰਾਂ ਕਰਨੀਆਂ ਇਹਨਾਂ ਤੇ। ਆਪਾਂ ਮੋਸਟਲੀ ਵਿਚਾਰਾਂ ਕਰਦੇ ਰਹੇ ਹਾਂ ਨਿੰਦਕਾਂ ਦੇ ਉੱਪਰ, ਪਰ ਆਪਾਂ ਜੇ ਦੇਖੀਏ ਨਿੰਦਕ ਨੂੰ ਆਪਾਂ ਨਿੰਦਕ ਕਿਉਂ ਕਹਿੰਦੇ? ਕਿਉਂਕਿ ਉਹ ਨਿੰਦਿਆ ਕਰਦਾ। ਪਰ ਨਿੰਦਿਆ ਕਿਉਂ ਕਰਦਾ? ਨਿੰਦਿਆ ਦੇ ਪਿੱਛੇ ਕੋਈ ਨਿੰਦਿਆ ਦਾ ਕਾਰਨ ਹੋਊਗਾ। ਸੋ ਨਿੰਦਿਆ ਦਾ ਕਾਰਨ ਕੀ ਹੈ? ਸੋ ਨਿੰਦਿਆ ਦਾ ਕਾਰਨ ਕਿਹੜੇ ਆ? ਜੋ ਅੱਜ ਕੱਲ੍ਹ ਦੇ ਬਾਬੇ ਆ। ਸੋ 100 ਦੇ ਵਿੱਚੋਂ ਦੇਖਿਆ ਜਾਵੇ ਤਾਂ 95-96% ਹਾਲਾਤ ਖਰਾਬ ਨੇ। ਕਿਵੇਂ? ਸੰਗਤਾਂ ਦੇ ਪੈਸੇ ਤੇ ਐਸ਼ ਕਰਨੀ, ਸੰਗਤਾਂ ਦੇ ਪੈਸੇ ਨੂੰ ਊਲ ਜਲੂਲ ਵਰਤਣਾ, ਆਪਣੇ ਸ਼ੌਂਕ ਪੂਰੇ ਕਰਨੇ। ਇਹ ਬਾਬਾਵਾਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਪਣੀ ਗੱਦੀਆਂ ਲਾ ਕੇ ਬਹਿਣਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਣੇ ਪੈਰਾਂ ਨੂੰ ਹੱਥ ਲਾਉਣੇ। ਸੋ ਇਹ ਅੱਜ ਕੱਲ੍ਹ ਦੇ ਬਾਬੇ। ਸੋ ਨਿੰਦਕਾਂ ਨਾਲੋਂ ਵੱਡੇ ਨਿੰਦਕ ਇਹ ਖੁਦ ਨੇ, ਕਿਉਂਕਿ ਇਹਨਾਂ ਦੇ ਕਰਕੇ ਹੀ ਨਿੰਦਿਆ ਹੋ ਰਹੀ ਹੈ। ਨਿੰਦਕ ਦੀ ਕੀ ਮਜਾਲ ਆ? ਕਿਸੇ ਦੀ ਕੋਈ ਗੱਲ ਕਿਸੇ ਨੂੰ ਕਹਿ ਕੀ ਜਾਵੇ? ਮੈਂ ਆ, ਮੇਰੇ 'ਚ ਕੋਈ ਨੁਕਸ ਹੋਊਗਾ ਤਾਂ ਮੈਨੂੰ ਕੋਈ ਟੋਕ ਸਕਦਾ। ਹੁਣ ਇਹ ਕਹਿ ਰਹੇ ਨੇ ਵੀ ਸਾਡੇ ਤਾਂ ਕੋਈ ਨੁਕਸ ਹੀ ਹੈ ਨਹੀਂ, ਅਸੀਂ ਤਾਂ ਪੂਰਨ ਬ੍ਰਹਮ ਗਿਆਨੀ ਆ, ਪੂਰਨ ਸੰਤ ਆ। ਕੋਈ ਡਿਗਰੀਆਂ ਲਾਈ ਫਿਰਦਾ, ਕੋਈ 1008 ਦੀ, ਕੋਈ 108 ਦੀ, ਕੋਈ ਧੰਨ ਧੰਨ ਲਿਖਾਈ ਫਿਰਦਾ। ਫਿਰ ਸੰਤ ਦੇ ਨਾਲ ਬਾਬਾ ਲਿਖਾਉਣਾ ਵੀ ਜ਼ਰੂਰੀ ਹੈ, ਧੰਨ ਧੰਨ ਸੰਤ ਬਾਬਾ ਫਲਾਣਾ ਸਿੰਘ ਜੀ। ਫਿਰ ਗੁਰੂ ਨਾਨਕ ਸਾਹਿਬ ਦਾ ਨਾਮ ਲੈਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ। ਨਾਨਕਸਰ ਦੇ ਵਿੱਚ ਵੀ ਜੇ ਆਪਾਂ ਦੇਖਿਆ ਜਾਵੇ ਤਾਂ ਸਮਾਗਮ ਲੰਘ ਕੇ ਹਟਿਆ ਪਿੱਛੇ ਜੇ ਇੱਕ ਸੰਤ ਈਸਰ ਸਿੰਘ ਜੀ ਦੀ ਵਰਸ਼ੀ। ਸੋ ਇਕੱਠ ਦਾ ਕੋਈ ਏਡਾ ਹੈ ਨਹੀਂ ਸੀ, ਤੇ ਪਰ ਫਿਰ ਵੀ ਦੇਖਿਆ ਜਾਵੇ ਤਾਂ ਕੋਸ਼ਿਸ਼ ਹੋਣੀ ਚਾਹੀਦੀ ਸੀ ਵੀ ਗੁਰੂ ਨਾਨਕ ਦੇ ਨਾਮ ਤੇ ਸਥਾਨ ਬਣਿਆ। ਬਾਬਾ ਨੰਦ ਸਿੰਘ ਜੀ ਨੇ ਆਪਣੀ ਮਿਹਰ ਨਹੀਂ ਰੱਖੀ। ਉਹ ਕਹਿੰਦੇ ਵੀ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ, ਸੋ ਇਹਦਾ ਨਾਮ ਨਾਨਕਸਰ। ਸੋ ਬੜੀ ਹੈਰਾਨੀ ਹੋਈ, ਗੁੱਸਾ ਆਇਆ ਮਨ ਨੂੰ। ਬਾਬਾ ਚਰਨ ਸਿੰਘ ਜੀ ਨੇ ਵੀ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਨਹੀਂ ਲਿਆ ਗਿਆ। ਸੋ ਕਿਸੇ 100 ਦੇ ਵਿੱਚੋਂ ਇੱਕ ਅੱਧੇ ਨਹੀਂ, ਭਾਵੇਂ ਲੈਤਾ ਹੋਵੇ ਉਹ ਵੀ 1 ਜਾਂ 2 ਵਾਰ। ਸੋ ਸਾਡੀ ਜਿਹੜੀ ਇੱਥੋਂ ਦੀ ਕੋਸ਼ਿਸ਼ ਕੀ ਰਹਿੰਦੀ ਆ ਵੀ ਜਦੋਂ ਵੀ ਕੋਈ ਸਮਾਗਮ ਹੁੰਦੇ ਆ ਜਾਂ ਕੁਛ ਵੀ ਹੁੰਦਾ, ਸਾਡਾ ਜਿਹੜਾ ਮੁੱਢ ਆ ਗੁਰੂ ਨਾਨਕ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਵੀ ਪੂਜਾ ਕਰਦੇ, ਉਹਨਾਂ ਨੂੰ ਮੰਨਦੇ ਆ। ਕਿਵੇਂ ਮੰਨਦੇ ਆ? ਪ੍ਰਤੱਖ ਗੁਰੂ ਨਾਨਕ ਸਮਝ ਕੇ। ਸੋ ਬਹੁਤ ਸਾਰੇ ਇਤਿਹਾਸਿਕ ਸਥਾਨ ਵੀ ਆ ਜਿੱਥੇ ਕੇਵਲ ਅਰਦਾਸ ਤੋਂ ਇਲਾਵਾ ਗੁਰੂ ਨਾਨਕ ਦਾ ਨਾਮ ਨਹੀਂ ਲਿਆ ਜਾਂਦਾ। ਸੋ ਬੜੀ ਮਨ ਨੂੰ ਅਫਸੋਸ ਹੋਇਆ ਵੀ ਗੁਰੂ ਨਾਨਕ ਦਾ ਨਾਮ ਨਹੀਂ ਲਿਆ ਗਿਆ। ਚਲੋ ਗੁਰੂ ਨਾਨਕ ਦਾ ਨਾਮ ਤਾਂ ਲੈਣਾ ਕੀ ਹੈ, ਈਵਨ ਕਿ ਬਾਬਾ ਨੰਦ ਸਿੰਘ ਜੀ ਦਾ ਨਾਮ ਵੀ ਨਹੀਂ ਲਿਆ ਗਿਆ। ਸੋ ਤਰ੍ਹਾਂ ਤਰ੍ਹਾਂ ਦੇ ਮਹਾਂਪੁਰਸ਼ ਨੇ, ਬਹੁਤ ਸਾਰੀਆਂ ਸੰਪਰਦਾਵਾਂ ਦੇ ਵਿੱਚ ਨੇ। ਇਕੱਲਾ ਨਾਨਕਸਰ ਸੰਪਰਦਾਇ ਨਹੀਂ ਹੈਗਾ, ਬਹੁਤ ਸਾਰੀਆਂ ਸੰਪਰਦਾਵਾਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਹੀ ਪਖੰਡੀ ਬਹੁਤਾਤ ਵਿੱਚ ਮਿਲਦੇ ਨੇ। ਸੋ ਨਿੰਦਕ ਜਿਹੜੀ ਨਿੰਦਿਆ ਕਰਦੇ ਨੇ, ਉਹ ਨਿੰਦਿਆ ਕਿਹਦੀ ਕਰਦੇ ਨੇ? ਉਹ ਮੁੱਢ ਨੂੰ ਫੜਦੇ ਵੀ ਪਤਾ ਨਹੀਂ ਇਹ ਇਹੋ ਜਿਹੇ ਹੋਣੇ ਆ ਤੇ ਇਹਨਾਂ ਦਾ ਪਿਓ ਵੀ ਇਹੋ ਜਿਹਾ ਹੀ ਹੋਣਾ। ਸੋ ਉਹ ਨਿੰਦਕਾਂ ਨੂੰ ਇੰਨਾ ਨਹੀਂ ਪਤਾ ਵੀ ਇਹਨਾਂ ਦਾ ਪਿਓ ਇੱਕ ਨਹੀਂ ਹੈ। ਇਹ ਤਾਂ ਜਿਹਨੂੰ ਮਰਜ਼ੀ ਪੁੱਛ ਲਓ, ਉਹ ਕਹਿੰਦਾ ਮੇਰੇ 'ਚ ਜੋਤ ਬੜੀ ਹੋਈ ਹੈ। ਜਿਹਨੂੰ ਮਰਜ਼ੀ ਪੁੱਛ ਲਓ,
ਦੂਜੇ ਨੂੰ ਪੁੱਛ ਲਓ, ਕਹਿੰਦਾ ਮੇਰੇ 'ਚ ਜੋਤ ਬੜੀ ਹੋਈ ਹੈ। ਬਾਬਾ ਆਨੰਦ ਸਿੰਘ ਜੀ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਨੇ ਉਹਨਾਂ ਦੇ ਜੋ ਬਾਬਾ ਜੀ ਦੇ ਬਚਨ ਸੀਗੇ ਉਹਨਾਂ ਤੇ ਪੂਰੇ ਉਤਰੇ ਨੇ। ਸੋ ਹੌਲੀ ਹੌਲੀ ਹੁੰਦੇ ਹੁੰਦੇ ਮਰਿਆਦਾ ਦੇ ਵਿੱਚ ਕਾਫੀ ਕਮੀ ਆ ਗਈ। ਕਾਫੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਜਿਹੜੀ ਸੀ, ਸੇਵਾ ਦੇ ਵਿੱਚ ਇੰਨੀ ਕਮੀ ਨਹੀਂ ਆਈ, ਪਰ ਜਿੰਨਾ ਪਖੰਡ ਵੱਧ ਗਿਆ ਉੱਥੇ ਮਨਮਤ ਦੇ ਤੌਰ ਤੇ ਕਾਫੀ ਸਥਾਨਾਂ ਦੇ ਵਿੱਚ ਆਪਾਂ ਦੇਖੀਏ ਤਾਂ ਬਹੁਤ ਮਨਮਤ ਚੱਲ ਪਈ। ਸੋ ਪਹਿਲੀ ਗੱਲ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਉੱਥੇ ਹੋ ਜਾਂਦੀ ਹੈ ਜਦੋਂ ਕਹਿੰਦੇ ਆ ਵੀ ਮੇਰੇ 'ਚ ਜੋਤ ਵੜ ਗਈ। ਸੋ ਜਿਹੜਾ ਤਾਂ ਸਾਡਾ ਪਿਓ ਆ, ਸਾਡਾ ਮੋਢੀ ਆ, ਬਾਬਾ ਆਨੰਦ ਸਿੰਘ ਜੀ ਮਹਾਰਾਜ, ਜਦੋਂ ਉਹ ਇਸ ਧਰਤੀ ਤੇ ਮਨੁੱਖੀ ਜਨਮ ਲੈ ਕੇ ਆਏ ਸੀ ਤਾਂ ਉਹਨਾਂ ਨੇ ਆਪਣੇ ਨਾਮ ਦੇ ਨਾਲ ਕਦੇ ਬਾਬਾ ਜਾਂ ਸੰਤ ਸ਼ਬਦ ਨਹੀਂ ਲਵਾਇਆ ਸੀ। ਜਦੋਂ ਵੀ ਕੋਈ ਰਾਗੀ ਸਿੰਘ ਕਿਸੇ ਸੰਤ ਦੀ ਉਪਮਾ ਦਾ ਸ਼ਬਦ ਪੜ੍ਹਦਾ ਸੀ ਸੋ ਉਹ ਉਦੋਂ ਹੀ ਉਹ ਸ਼ਬਦ ਬੰਦ ਕਰਵਾ ਦਿੰਦੇ ਸੀ। ਕਹਿੰਦੇ ਵੀ ਨਹੀਂ, ਉਪਮਾ ਕਰੋ ਗੁਰੂ ਨਾਨਕ ਦੀ, ਜਿਹਦਾ ਦਿੱਤਾ ਅਸੀਂ ਖਾਂਦੇ ਆ। ਸੋ ਉਹਨਾਂ ਨੇ ਤਾਂ ਆਪਣੇ ਨਾਮ ਦੇ ਨਾਲ ਬਾਬਾ ਜਾਂ ਸੰਤ ਸ਼ਬਦ ਲਿਖਾਉਣ ਤੋਂ ਪਰਹੇਜ਼ ਕੀਤੀ, ਸਗੋਂ ਉਹ ਲਿਖਾ ਸਕਦੇ ਸੀ, ਉਹ ਯੋਗ ਵੀ ਸੀ ਲਿਖਾਉਣ ਦੇ। ਪਰ ਅੱਜ ਕੱਲ੍ਹ ਹਰੇਕ ਦੁੱਕੀ ਤਿੱਕੀ ਦਾ ਬੰਦਾ ਜਿਹੜਾ ਉੱਠ ਕੇ ਬਾਬਾ ਬਣ ਜਾਂਦਾ। ਜਵਾਕ ਵੀ, ਛੋਟੇ ਛੋਟੇ ਬੱਚੇ ਆ, ਉਹ ਵੀ ਬਾਬੇ ਬਣੇ ਹੋਏ ਆ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਾਂ ਉਹ ਖੇਡ ਸਮਝਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕਮਾਈ ਦਾ ਸਾਧਨ ਬਣਾਉਣਾ। ਪਾਠਾਂ ਦੀ ਬੁਕਿੰਗ ਚੱਲਦੀ ਹੈ। ਜਿਸ ਤਰ੍ਹਾਂ ਕੋਈ ਨਵਾਂ ਜਿਵੇਂ ਐਪਲ ਦਾ ਫੋਨ ਆਇਆ, 16 ਤਰੀਕ ਤੋਂ ਪ੍ਰੀ ਬੁਕਿੰਗ ਚੱਲੂਗੀ, ਫਿਰ ਕਾ ਸੇਲ ਹੋਊਗੀ, ਬਲੈਕ ਵੀ ਹੋ ਜਾਂਦੀ ਹੈ। ਸੋ ਉਸੇ ਤਰ੍ਹਾਂ ਪਾਠਾਂ ਦਾ ਹਿਸਾਬ ਹੁੰਦਾ, ਪ੍ਰੀ ਬੁਕਿੰਗ ਚੱਲਦੀ ਹੈ। ਥਾਂ ਥਾਂ ਬੋਰਡ ਲੱਗੇ ਹੋਏ ਨੇ, ਨੰਬਰਾਂ 'ਤੇ ਸੰਪਰਕ ਕਰੋ। ਬਾਬਾ ਆਨੰਦ ਸਿੰਘ ਦੀ ਮਰਿਆਦਾ ਨੂੰ ਢਾਹ ਲਾਈ ਜਾਂਦੀ ਹੈ। ਸਾਨੂੰ ਫੋਨ ਕਰਕੇ ਪ੍ਰੀ ਬੁਕਿੰਗ ਜਿਸ ਤਰ੍ਹਾਂ ਫੋਨਾਂ ਦੀ ਹੁੰਦੀ, ਗੱਡੀਆਂ ਦੀ ਹੁੰਦੀ, ਉਸ ਤਰ੍ਹਾਂ ਪਾਠਾਂ ਦੀ ਬੁਕਿੰਗ ਹੋਣ ਲੱਗੀ। ਫਿਰ ਸੇਲ ਸ਼ੁਰੂ ਹੁੰਦੀ ਆ। ਮਤਲਬ ਕਿ ਜੋ ਵੈਸੇ ਅਖੰਡ ਪਾਠ ਮਾੜੇ ਨਹੀਂ, 9ਵੇਂ ਪਾਤਸ਼ਾਹ ਦੇ ਟਾਈਮ ਵੀ ਅਖੰਡ ਪਾਠ ਉਹਨਾਂ ਨੇ ਕਰਵਾਇਆ ਸੀ। ਅਖੰਡ ਪਾਠ ਮਾੜੇ ਨਹੀਂ, ਪਰ ਮਾੜੇ ਬਣ ਗਏ, ਕਿਉਂਕਿ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕਮਾਈ ਦਾ ਸਾਧਨ ਬਣਾਤਾ, ਇੱਕ ਮੱਥੇ ਟਿਕਾਉਣ ਲਈ ਬਿਠਾਤਾ, ਉਹ ਚੀਜ਼ ਮਾੜੀ ਹੈ, ਬੇਕਦਰੀ ਹੈ ਗੁਰੂ ਦੀ। ਸੋ ਪ੍ਰੀ ਬੁਕਿੰਗ ਹੋ ਗਈ, ਸੇਲ ਸ਼ੁਰੂ ਹੋ ਗਈ। ਫਿਰ ਹਾਂਜੀ ਟਾਈਮ ਨਹੀਂ ਹੈਗਾ ਜੀ, ਰੈਡੀਮੇਡ ਪਾਠ ਕਰਾ ਲਓ। ਬਾਬਾ ਚਰਨ ਸਿੰਘ ਜੀ ਨੇ ਕਵਿਤਾ ਪੇਸ਼ ਕੀਤੀ ਸੀ, ਉਹਦੇ ਵਿੱਚ ਵੀ ਜ਼ਿਕਰ ਕੀਤਾ ਸੀ ਰੈਡੀਮੇਡ ਪਾਠਾਂ ਦਾ, ਕੀਤੇ ਕਰਾਏ ਪਾਠ। ਕੀਤੇ ਕਰਾਏ ਕੀ ਆ ਵੀ ਪਾਠ ਹੋਏ ਪਏ ਆ, ਬਸ ਇੱਕ ਅਰਦਾਸ ਦੇ ਵਿੱਚ ਨਾਂ ਹੀ ਜੋੜਨਾ। ਔਰ ਪਾਠ ਹੋਏ ਆ ਜਾਂ ਨਹੀਂ ਹੋਏ, ਚਲੋ ਜੀ ਮੰਨ ਲਓ ਹੋਏ ਵੀ ਆ, ਤਾਂ ਇਹ ਕਿਹੜੀ ਮਰਿਆਦਾ ਵੀ ਰੈਡੀਮੇਡ ਪਾਠ ਵੀ ਹੋ ਜਾਂਦੇ ਨੇ। ਬਾਹਰ ਸੰਗਤਾਂ ਬੈਠੀਆਂ ਨੇ, ਫੋਨ ਕਰਦੀਆਂ ਨੇ, ਪਾਠ ਰਖਾ ਦਿਓ, ਹੁਕਮਨਾਮਾ WhatsApp ਤੇ ਪਹੁੰਚ ਜਾਏਗਾ, ਸੇਵਾ ਸਾਨੂੰ ਪਹੁੰਚਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਜੀ ਦੀ ਬੇਕਦਰੀ ਕੀਤੀ ਹੈ, ਇੱਕ ਕਮਾਈ ਦਾ ਸਾਧਨ ਬਣਾਇਆ। ਸੋ ਅੱਜ ਕੱਲ੍ਹ ਦੇ ਬਾਬਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਹੀ ਜ਼ਿਆਦਾ ਘਾਣ ਕੀਤਾ, ਬਹੁਤ ਜ਼ਿਆਦਾ ਬੇਅਦਬੀ। ਮੈਂ ਉਹ ਬੇਅਦਬੀ ਨੂੰ ਏਡੀ ਬੇਅਦਬੀ ਨਹੀਂ ਮੰਨਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਜਾਂਦੇ ਆ। ਮੈਂ ਉਹ ਵਾਲੀ ਬੇਅਦਬੀ ਨੂੰ ਵੱਡੀ ਮੰਨਦਾ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ 'ਤੇ ਮਲਮਲ ਦਾ ਕੱਪੜਾ ਫੇਰਦੇ ਹੋਏ ਜਿਹੜੀ ਬੇਅਦਬੀ ਕੀਤੀ ਜਾਂਦੀ ਹੈ, ਉਹ ਬੇਅਦਬੀ ਵੱਡੀ ਹੈ। ਕਿਉਂਕਿ ਬਾਬਾ ਆਨੰਦ ਸਿੰਘ ਜੀ ਨੇ ਬਾਬਾ ਸ਼ੇਰ ਸਿੰਘ ਜੀ ਜੋ ਮੇਰੇ ਦਾਦਾ ਜੀ ਸੀ, ਉਹਨਾਂ ਨੂੰ ਸਮਝਾਇਆ ਸੀ। ਕਹਿਣ ਲੱਗੇ ਦੇਖ ਬਈ, ਬੋਰੀਆਂ ਪਹਿਨ ਲਿਓ। ਸੰਤ ਈਸ਼ਰ ਸਿੰਘ ਜੀ ਵੀ ਕੋਲੇ ਸੀ। ਕਹਿਣ ਲੱਗੇ ਸੁਣ ਈਸ਼ਰ,
बोरियां पहन लियो, पर गुरु ग्रंथ साहब जी महाराज जी नूं कमाई का साधन नहीं बनाना, पर गुरु गुरां की देह करके मनना, इन्हां दा उपदेश, इन्हां दी सेवा करनी है, पूजा करनी है। बाबा चरण सिंह जी नूं फिर उन्होंने तिन्हां भरावां नूं बाबा शेर सिंह जी ने बिठाया ते बाबा जी ते जदों चढ़ाई कर गए उस तो बाद समझाया भी बाबा जी का यह उपदेश भी गुरु ग्रंथ साहब जी महाराज जी नूं कमाई का साधन नहीं बनाना। बोरियां पहन लियो, औखा समा आएगा, टल जाएगा, पर कमाई का साधन नहीं बनाना, बेचने नहीं, पाठ नहीं बेचने। ਉਹੀ उपदेश वो मैनू मिलिया। सो आपां मैं देखदा वां, मैं इस चीज़ दे विच रह के बहुत कुछ देखिया। रणजीत सिंह ने तो हजे कुछ भी नहीं बोलिया संतां साधां दे बारे दे विच, जो की पखंड हो रहा, क्योंकि कुछ गल्लां जो हजे 30-40% वो आप भी कर रहा, वो चीज़ वो बोल नहीं सकता, क्योंकि वो खुद आप कर रहा, वो मैं बोल सकता। मैं 100 की 100% गल बोल सकता, पर हजे टाइम आउण ते। सो क्योंकि मैं उस चीज़ के विच रहना, मैनू पता की खामियां ने, की गलत है या की सही है। सो बाबा नानक सिंह जी महाराज नूं आपां जे माड़ा बोलीए तो माड़े ने ये लोग, कसूर उन्हां दा नहीं, उन्होंने तो चंगे ही पूरने पाए सी। संत ईसर सिंह जी ने निभाए भी है। फिर हौली 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 हुंदे 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 जिमें जिमें समा तब्दील हुंदा गया, एक तो अनेक हुंदे गए, सेवादारां की गिणती घटती गई तो बाबियां की गिणती वधदी गई। थां थां जाने जिन्ने ही स्थान वधी जाते। सो आपां किते जाने मत्था टेकते, जदों सिर तां नूं चक्कीदा, उत्थे 15-16 ठाठ बने होंदे दिखते आ, जदों तो बंदा कन्फ्यूज हुंदा भी ये असल स्थान किहड़ा। जदों ही पैर अंदर पट्टिया जाता तो कोई किधर बांह खिंचदा, कोई लत्त खिंचदा, कोई कहंदे साडे वाले पूरन ने, कोई कहंदे साडे वाले पूरन ने, साडे वाले फलाने फलाने तो भरोसा नहीं, साडे वाले फलाने फलाने तो भरोसा नहीं। लगौड़ इकट्ठी हुई है जी। सो कोई भी छोटे तो छोटा, एक पाठी सिंह भी बाबा, एक सैकटरी भी बाबा, बाबा एक खेड़ बनाती, जाहर पीर जगत गुरु बाबा। बाबा कौन? गुरु नानक। ये बाबे का तो डिग्री बन गई है। बाबे का अर्थ है वड्डा, सब ते वड्डा सतगुरु नानक, सारिਆਂ नालों वड्डा गुरु नानक है। मैं भी, मैनू भी कई बारी अखबारां दे विच जां किते भी वो भुलेखे नाल लिख दिंदे ने बाबा। सो बड़ी वार रोकिया, बड़ी वार कीता, सो हुण हट गए भी मैं बाबा नहीं हाँ, मैनू कोई बाबा बनने का शौक नहीं है। असी गुरु नानक दे दर दे, बाबा नंद सिंह दे दर दे कुत्ते ही चंगे हाँ। बाबे जिहड़े है वो है, पर हरेक ही दुखी दिक्की का बंदा उठ के बाबा बन जे, ये कित्थों दी सियाणप है। सो इन्हां ने असल तां काम इत्थों ही चालू होया भी निंदिया का कारण ये ने। सो निंदकां दा कसूर उन्ना नहीं जिन्ना निंदिया का कारण जिहड़े है वो आ। सो ये अगर गलत ने तो गलत नूं गलत कहा जाता है। सो वो बाकी मसाला तो लगता ही लगता, जिन्नी कि उन्होंने आपकी बुद्धि होंदी है। सो मैं फिर गल दोहरा रहा भी रणजीत सिंह ने तो वह गल्लां हजे कीतियां नहीं, क्योंकि हजे 30-40% उन्हें भी लुको के रखिया, क्योंकि वो चीज़ां हले वो आप वरत रहा है। क्योंकि वो ऐश प्रस्ती का जीवन, वो अपना आप नीवा करना सी, वो उच्चा करना, सारा कुछ गुरु ग्रंथ साहब जी के हजूर बह के हासे मखौल ठट्ठे करने,
हाँ भी किसी सिंह का बर्थडे है या किसी सिंह का नहीं बर्थडे, गुरु ग्रंथ साहब जी के हजूर बह के ਇਹ ਜਿਹੀ ਊਲ ਜਲੂਲ ਗੱਲਾਂ ਕਰਨੀਆਂ, ਇਹ ਹਾਲੇ ਤਾਂ ਬਹੁਤ ਗੱਲਾਂ ਨੇ, ਹਲੇ ਉਹ ਕਰ ਨਹੀਂ ਸਕਦਾ ਕਿਉਂਕਿ ਇਹ ਗੱਲਾਂ ਆਪ ਕਰ ਰਹੇ ਨੇ। ਸੋ ਮੈਂ ਮਾੜਾ ਨਹੀਂ ਕਹਿ ਰਿਹਾ, ਮੈਂ ਗੱਲ ਇਹ ਕਹਿ ਰਿਹਾ ਵੀ ਹਲੇ ਤਾਂ ਭੇਤ ਖੁੱਲ੍ਹਣੇ ਬਾਕੀ ਨੇ। ਸੋ ਉਹ ਟਾਈਮ ਦੀਆਂ ਗੱਲਾਂ ਨੇ, ਕੋਈ ਬੰਦਾ ਸੁਧਾਰ ਕਰਦਾ ਜਾਂ ਨਹੀਂ ਕਰਦਾ। ਸੋ ਆਪਾਂ ਨੂੰ ਉਸ ਚੀਜ਼ ਦਾ ਦੁੱਖ ਹੁੰਦਾ ਕਿਉਂਕਿ ਉਸ ਚੀਜ਼ ਨੂੰ ਬਾਬਾ ਨੰਦ ਸਿੰਘ ਜੀ ਨੇ ਵਰਜਿਆ ਸੀ, ਇਹ ਬਾਬਾ ਬਾਦ ਖਤਮ ਕਰਤਾ ਸੀ। ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਹਰੇਕ ਦੁੱਕੀ ਦਾ ਬੰਦਾ ਉੱਠ ਕੇ ਬਾਬਾ। ਸੋ ਆਪਾਂ ਜੇ ਦੇਖੀਏ ਵੀ ਸੰਤ ਸਾਹਿਬ ਦੇ ਲੱਛਣ ਕੀ ਹੁੰਦੇ ਨੇ, ਵੀ ਲਿਖਣ ਨੂੰ ਤਾਂ ਹੁਣ ਲਿਖੀ ਜਾਂਦੇ ਸਾਰੇ, ਦੇਖਣ ਨੂੰ ਵੀ ਸਾਰੇ ਲੱਗਦੇ ਨੇ ਬਾਬੇ। ਕੱਪੜੇ ਚਿੱਟੇ ਚੋਲਾ ਪਾ ਲਿਆ, ਗੋਲ ਪੱਗ ਬੰਨ੍ਹ ਲਈ, ਗਲ 'ਚ ਪਰਨਾ ਪ੍ਰੈਸ ਕਰਕੇ ਪਾ ਲਿਆ, ਤਾਂ ਕੀ ਬਣ ਗਿਆ? ਪੂਰਨ ਮਹਾਂਪੁਰਖ। ਕੀ ਇਹ ਬਣ ਗਿਆ ਜਾਂ ਨਹੀਂ ਬਣ ਗਿਆ? ਉਹ ਆਪਾਂ ਕਿਵੇਂ ਦੇਖਣਾ? ਲੱਛਣ ਕੀ ਹੁੰਦੇ ਨੇ? ਸੋ ਪੰਚਮ ਪਾਤਸ਼ਾਹ ਨੇ ਸਹਿਸਕ੍ਰਿਤੀ ਦੇ ਵਿੱਚ ਸੰਤ ਦੇ ਸਾਧ ਦੇ ਲੱਛਣ ਵਰਣਨ ਕੀਤੇ ਨੇ। ਆਹ ਲੱਛਣ ਜੇ ਹੈ ਤਾਂ ਉਹ ਸੰਤ ਹੈ, ਉਹ ਸਾਧ ਹੈ, ਉਹ ਬਾਬਾ ਹੈ। ਜੇ ਨਹੀਂ ਤਾਂ ਉਹ ਨਕਲੀ ਹੈ, ਇੱਕ ਬਗਲਾ ਹੈ ਜੋ ਹੰਸ ਦੇ ਕੱਪੜੇ ਪਾਈ ਬੈਠਾ। ਇਹ ਉਹ ਬਗਲਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਮਾਈ ਦਾ ਸਾਧਨ ਬਣਾਉਂਦਾ ਹੈ। ਇਹ ਉਹ ਬਗਲਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀ ਲਾਉਂਦਾ। ਇਹ ਉਹ ਬਗਲਾ ਹੈ ਜਿਹੜਾ ਮੋਤੀ ਚੁਗਣ ਵਾਲੇ ਦੀ ਰੀਸ ਕਰਕੇ ਉਹ ਮੱਛੀਆਂ ਚੁਗਦਾ। ਇਹ ਉਹ ਬਗਲਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਕੱਲਾ ਆਉਣ ਤੋਂ ਵੀ ਸ਼ਰਮ ਖਾਂਦਾ ਹੈ। ਉਹ ਲਗੌੜ ਨਾਲ 15-15 ਬੰਦੇ ਨਾਲ ਚਾਹੁੰਦੇ ਨੇ ਵੀ ਸਾਨੂੰ ਸ਼ਰਮ ਆਉਂਦੀ ਹੈ। ਤੁਰ ਕੇ ਆਉਣ ਦਾ ਪਰਹੇਜ਼ ਵੀ ਹੁੰਦਾ ਵੀ ਗੱਡੀ ਚਾਹੀਦੀ ਆ, ਵੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਜਾਵਾਂਗੇ ਦੀਵਾਨ ਲਾਉਣ ਦੀ ਖਾਤਰ, ਅਰਦਾਸ ਕਰਨੀ ਹੈ ਤਾਂ ਵੀ ਸਾਨੂੰ ਗੱਡੀ ਚਾਹੀਦੀ ਆ, ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਣਾ। ਗੁਰੂ ਗ੍ਰੰਥ ਸਾਹਿਬ ਕੀ ਚੀਜ਼ ਹੈ? ਜੋ ਹੈ ਅਸੀਂ ਆ ਚੀਜ਼ ਆ। ਸੋ ਆਪਾਂ ਹੁਣ ਪੰਚਮ ਪਾਤਸ਼ਾਹ ਦੀ ਬਾਣੀ ਦਾ, ਸਹਿਸਕ੍ਰਿਤੀ ਦਾ ਆਪਾਂ ਲੱਛਣ ਦੇਖਦੇ ਹਾਂ ਵੀ ਕੀ ਕੀ ਲੱਛਣ ਕੀ ਗੁਰੂ ਸਾਹਿਬਾਂ ਨੇ ਦੱਸੇ ਨੇ। ਸੋ ਇਹ ਸ਼ਬਦ ਦਾ ਜ਼ਿਕਰ ਹੁੰਦਾ ਵੀ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ। ਮੰਤਰਮਮ ਰਾਮ ਰਾਮ ਨਾਮਮ ਧਿਆਨਮ ਸਰਵਤਰ ਪੂਰਨ। ਉਸ ਪਰਮਾਤਮਾ ਦਾ ਨਾਮ ਜਪਣਾ ਜੋ ਉਸ ਦੀ ਡਿਊਟੀ ਹੈ, ਜੋ ਸੰਤ ਦੀ ਡਿਊਟੀ ਹੈ। ਰਾਮ ਜੋ ਦਾਤਾ ਮੁਕਤ ਕੋਤ ਸੰਤ ਜਪਾਵੈ ਨਾਮ। ਸੰਤ ਦੀ ਡਿਊਟੀ ਕੀ ਆ? ਨਾਮ ਜਪਣ ਦੀ ਤੇ ਅੱਗੇ ਜਪਾਉਣ ਦੀ। ਸੋ ਨਾਮ ਜਪਣ ਵਾਲਾ ਤਾਂ ਸਭ ਚੱਕ ਦਿਓ, ਇਹ ਤਾਂ ਬਸ ਗੁਟਕੇ ਫੜਾ ਕੇ ਪੜ੍ਹੀ ਜਾਓ। ਅਰਥ ਕੀ ਆ ਜੀ? ਨਹੀਂ ਪਤਾ। ਅਮਲ ਕਿਵੇਂ ਕਰਨਾ? ਨਹੀਂ ਪਤਾ। ਪਾਠ ਚੇਤੇ ਆ? ਚੇਤੇ ਆ ਜੀ, ਬਸ ਇੰਨਾ ਹੀ ਬਹੁਤ ਆ। ਇਹ ਪਾਠ ਪੜ੍ਹਨ ਵਾਲੇ ਆ। ਨਾਮ ਜਪਣ ਦਾ ਪਹਿਲਾ ਲੱਛਣ ਨਾਮ ਜਪਣਾ, ਖੁਦ ਨਾਮ ਜਪਣਾ ਤੇ ਗੁਰੂ ਕੇ ਸੰਗਤਾਂ ਨੂੰ ਨਾਮ ਜਪਾਉਣਾ। ਕਿਹਦਾ? ਉਸ ਪਰਮਾਤਮਾ ਦਾ, ਨਾ ਕਿ ਆਪ ਦਾ। ਇਹ ਨਹੀਂ ਵੀ ਅਸੀਂ ਪੂਰਨਾ ਤੇ ਸਾਡਾ ਨਾਮ ਜਪੋ, ਸਾਡੀਆਂ ਫੋਟੋਆਂ ਲਾ ਕੇ ਸਾਡੀ ਪੂਜਾ ਕਰੋ। ਗੁਰੂ ਨਾਨਕ ਦੇ ਬਰਾਬਰ ਸਾਡੇ ਸਰੂਪ ਲੱਗਣੇ ਚਾਹੀਦੇ ਘਰੇ। ਸੋ ਨਾਮ ਜਪਣਾ, ਧਿਆਨਮ ਸਰਵਤਰ ਪੂਰਨ ਹੈ। ਜਿਸ ਦਾ ਨਾਮ ਜਪਦੇ ਆ ਉਸ ਨੂੰ ਸਾਰਿਆਂ ਥਾਈਂ ਦੇਖਣਾ, ਭਾਵ ਕਿ ਸਰਬ ਵਿਆਪਕ। ਇਹ ਨਹੀਂ ਵੀ ਸੱਚਖੰਡ ਦੇ ਅੰਦਰ ਗਏ ਆ ਜਾਂ ਸੱਚਖੰਡ ਦੇ ਮੂਹਰੇ ਬੈਠੇ ਆ ਤਾਂ ਗੁਰੂ ਬੈਠਾ। ਜਦੋਂ ਆਪਦੇ ਕਮਰੇ 'ਚ ਚਲੇ ਗਏ, ਉਹੀ ਪਾਠਾਂ ਦੀ ਬੁਕਿੰਗ ਸ਼ੁਰੂ, ਧੋਖਾਧੜੀ ਸ਼ੁਰੂ। ਇਹ ਕੋਈ ਸੰਤ ਦੇ, ਸਾਧ ਦੇ, ਬਾਬੇ ਦੇ ਲੱਛਣ ਨਹੀਂ ਹੈ। ਫਿਰ ਅੱਗੇ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਗਿਆਨੰ ਸਭ ਦੁਖ ਸੁਖਮੰ ਜੁਗਤ ਨਿਰਮਲ ਨਿਰਵੈਰਣ। ਸੁੱਖਾਂ ਤੇ ਦੁੱਖਾਂ ਨੂੰ ਇੱਕੋ ਜਿਹਾ ਸਮਝਣਾ। ਕੀ ਅੱਜ ਕੱਲ੍ਹ ਦੇ ਸੰਤ ਸਾਰੇ ਸੁੱਖਾਂ ਦੁੱਖਾਂ ਨੂੰ ਇੱਕੋ ਜਿਹਾ ਸਮਝਦੇ ਆ ਜਾਂ ਕਿਸੇ ਨੂੰ ਸਮਝਣ ਨੂੰ ਕਹਿੰਦੇ ਆ? ਨਹੀਂ। ਸੁੱਖਾਂ ਵੇਲੇ ਤਾਂ ਠੀਕ ਆ, ਸ਼ੁਕਰਾਨੇ ਦਾ ਪਾਠ ਕਰਾਓ।
ਦੁੱਖਾਂ ਵੇਲੇ ਦੁੱਖਾਂ ਦੀ ਨਿਵਰਤੀ ਦਾ ਪਾਠ ਕਰਾਓ, ਕਰੋ ਨਹੀਂ ਕਰਾਓ। ਨਾਮ ਜਪੋ ਨਹੀਂ, ਪੈਸੇ ਦਿਓ, ਪਾਠੀ ਜਪਣਗੇ। ਤੁਹਾਡੇ ਘਰ 'ਚ ਫੈਸਿਲਿਟੀ ਹੈ? ਹਾਂਜੀ, ਮਹਿਲ ਬਹੁਤ ਵੱਡਾ ਪਾਇਆ ਸਾਡਾ ਜੀ, ਬਹੁਤ ਸੋਹਣੇ ਕਮਰੇ ਨੇ। ਬਾਬਾ ਜੀ ਦਾ ਕਮਰਾ ਬੜਾ ਸੁੰਦਰ ਬਣਾਇਆ ਸੀ, ਉੱਪਰ ਬਣਾਇਆ ਹੋਇਆ, AC ਲਾਇਆ ਹੋਇਆ ਜੀ। ਤੁਸੀਂ ਐਂ ਕਰੋ ਫਿਰ, ਉੱਥੇ ਨਾ ਅਖੰਡ ਪਾਠ ਰਖਾਇਓ, ਸਾਡੇ ਕੋਲੇ ਰਖਾਓ। ਜੋ ਬਣਦਾ ਜੁੜਦਾ ਤੁਸੀਂ ਸਾਨੂੰ ਉੱਕਾ ਪੁੱਕਾ ਹੀ ਦੇ ਦਿਓ, 21,000 ਦੇ ਦਿਓ, 51,000 ਦੇ ਦਿਓ, 1 ਲੱਖ। ਘਰੇ ਕੀ ਫਾਇਦਾ? ਘਰੇ ਤੁਸੀਂ ਸੁਣੋਗੇ, ਬੈਠੋਗੇ, ਕੋਈ ਤੁਹਾਡੇ ਕੰਨੀ ਗੱਲ ਪਏ, ਤੁਹਾਨੂੰ ਸਮੱਤ ਬਖਸ਼ਣਗੇ ਗੁਰੂ ਸਾਹਿਬ ਜੀ? ਨਹੀਂ ਨਹੀਂ ਨਹੀਂ, ਆਉਣ ਦੀ ਵੀ ਲੋੜ ਨਹੀਂ ਹੈ। ਕਿਸੇ ਦੇ ਰਾਹੀਂ ਬਸ ਪੈਸੇ ਭੇਜ ਦਿਓ, ਬਾਕੀ ਅਸੀਂ ਸਾਰਾ ਕੰਮ ਸਾਡਾ ਉੱਕਾ ਪੁੱਕਾ ਠੇਕਾ ਕਰਾਂਗੇ ਪਾਠ ਦਾ। ਦੁੱਖ ਆ ਗਏ ਨੇ ਜੀ, ਤਾਂ ਬਹੁਤ ਭਿਆਨਕ ਸਮਾਂ ਆ ਰਿਹਾ ਬਈ, ਬਹੁਤ ਹੀ ਜ਼ਿਆਦਾ ਭਿਆਨਕ ਸਮਾਂ ਆ ਰਿਹਾ। ਵੱਧ ਤੋਂ ਵੱਧ ਕੋਤਰੀਆਂ ਕਰੋ ਵੀ, ਇੱਦਾਂ ਨਹੀਂ ਕੰਮ ਚੱਲਣਾ, ਕੋਤਰੀਆਂ ਕਰੋ। ਮਹਾਨ ਖੰਡ ਜਾਪ ਹੋਣੇ ਚਾਹੀਦੇ ਆ। ਦੁੱਖਾਂ ਦਾ ਟਾਈਮ ਆ ਗਿਆ। ਕਲਗੀਧਰ ਪਾਤਸ਼ਾਹ ਵੀ ਕਰ ਸਕਦੇ ਸੀ, 4 ਪੁੱਤਰ ਵਾਰਤੇ, ਖੰਡ ਪਾਠ ਕਰਾ ਸਕਦੇ ਸੀ ਵੀ ਦੁੱਖਾਂ ਦੀ ਨਿਵਰਤੀ ਬਚ ਜੋ, ਪਰ ਨਹੀਂ। ਕਲਗੀਧਰ ਪਾਤਸ਼ਾਹ ਕਹਿੰਦੇ ਕਰਮ ਜੋਗੀ, ਕਰਮ ਦੇ ਵਿੱਚ ਦੀ ਲੰਘੋ। ਇਹ ਕਰਮ ਤੋਂ ਭਜਾਉਂਦੇ ਨੇ, ਪਾਠਾਂ ਦੇ ਵਿੱਚ ਬਾੜਦੇ ਨੇ। ਪਾਠ ਕੋਈ ਮਾੜੀ ਚੀਜ਼ ਨਹੀਂ, ਮੈਂ ਫਿਰ ਇਹ ਕਹਿਣਾ ਚਾਹ ਰਿਹਾ, ਪਰ ਖੁਦ ਕਰਨਾ ਜਾਂ ਖੁਦ ਸਮਝਣਾ, ਖੁਦ ਅਮਲ ਕਰਨਾ, ਉਹ ਤਾਂ ਇਸ ਚੀਜ਼ ਤੋਂ ਬਹੁਤ ਦੂਰ ਕਰ ਰਹੇ ਨੇ। ਬਸ ਕਹਿੰਦੇ ਪੜ੍ਹੋ ਤੇ ਬਸ ਠੀਕ ਆ। ਤੇ ਜੁਗਤ ਨਿਰਵਲ ਨਿਰਵੈਰਣ, ਵੈਰ ਰਹਿਤ ਜੀਵਨ। ਵੈਰ ਰਹਿਤ ਜੀਵਨ ਵਾਲੀ ਗੱਲ ਆਪਾਂ ਤਾਂ ਇਹ ਕੰਮ ਜਮਾਂ ਹੀ ਲਾਗੂ ਨਹੀਂ ਹੁੰਦਾ। ਵੈਰ ਦਾ ਤਾਂ ਬਹੁਤ ਦੂਰ ਦੂਰ ਤੱਕ ਹੈ। ਕੋਈ ਸਮਾਗਮ ਆ ਗਿਆ ਕਿਸੇ ਦਾ, ਕੋਈ ਕਿਸੇ ਦਾ ਵਿੱਚ ਆ ਗਿਆ ਤਾਂ ਵਿੱਚ ਟੰਗ ਅਡਾਉਣੀ ਅਡਾਉਣੀ ਵੀ। ਕਿਤੇ ਉਧਰ ਸਮਾਗਮ ਆ ਗਿਆ ਤੇ ਇੱਧਰ ਕੰਮ ਜੁੜ ਗਿਆ ਤੇ ਇੱਧਰ ਹੁਣ ਉਲਟ ਹੋਣਾ, ਤੇ ਆਪਾਂ ਵੀ ਕੋਈ ਨਾ ਕੋਈ ਸਮਾਗਮ ਜੋੜ ਦਈਏ ਵੀ। ਲੜੀ ਨਹੀਂ ਟੁੱਟਣੀ ਚਾਹੀਦੀ ਬਈ। ਇਹਦਾ ਪਾਠਾਂ ਦੀ ਲੜੀ ਹੁੰਦੀ ਰਹੇ। ਸਵਾਦ ਬਹੁਤ ਹੁੰਦਾ ਜਦੋਂ ਪਾਠਾਂ ਦੇ ਪੈਸੇ ਡਿੱਗਦੇ ਆ ਕੇ। ਕਮਾਈ ਕੋਈ ਕਰਦਾ, ਮਿਹਨਤ ਕੋਈ ਕਰਦਾ, ਪਸੀਨਾ ਕੋਈ ਵਹਾਉਂਦਾ, ਐਸ਼ ਕੋਈ ਕਰਦਾ। ਪਾਠਾਂ ਦੇ ਨਾਂ 'ਤੇ ਪੈਸੇ ਆਉਣ ਫਿਰ ਅਸੀਂ ਬਹੁਤ ਚੰਗੇ ਹਾਂ। ਕਿਸੇ ਹੋਰ ਸਾਧ ਸੰਤ ਦੀ ਉਪਮਾ ਹੁੰਦੀ ਆ, ਜਾਂ ਕੋਈ ਮੁੱਢ ਨੂੰ ਪੂਜਦਾ, ਸਾਤੋਂ ਨਹੀਂ ਬਰਦਾਸ਼ਤ ਹੁੰਦਾ, ਅਸੀਂ ਆਪਣੇ ਪੱਤਿਆਂ ਨੂੰ ਹੀ ਧੋ ਧੋ ਕੇ ਫਰੇਮ ਕਰਾਉਣਾ, ਮੁੱਢ ਨੂੰ ਪਾਣੀ ਨਹੀਂ ਪਾਉਣਾ ਸੀ। ਫੇਰ ਕੀ ਹੁੰਦਾ? ਬੇਇੱਜ਼ਤੀ ਕਰਾ ਕੇ ਫਿਰ ਠੰਡੇ ਸਿਰੇ ਹੋ ਕੇ ਬਹਿ ਜਾਂਦੇ ਆ। ਫੇਰ ਅੱਗੇ ਆ ਗਿਆ ਜੀ, ਦਿਆਲੰ ਸਰਵਤਰ ਜੀਆਂ ਪੰਚ ਦੋਖ ਵਿਵਰਜਿਤ ਹੈ। ਸਾਰੇ ਜੀਵਾਂ ਨਾਲ ਪਿਆਰ ਕਰਨਾ। ਜਿੰਨੇ ਵੀ ਜੀਵ ਬਣਾਏ ਨੇ, ਚਾਹੇ ਉਹ ਮਨੁੱਖ ਹੈ, ਚਾਹੇ ਉਹ ਜਾਨਵਰ। ਕੀ ਆਪਾਂ ਪਿਆਰ ਕਰਦੇ ਹਾਂ? ਸਭ ਜੀਵਾਂ ਨੂੰ ਪਿਆਰ ਕਰਦੇ ਹਾਂ? ਨਫ਼ਰਤ ਕਰਦੇ ਹਾਂ, ਇਹ ਫਲਾਣੀ ਜਾਤ ਦਾ ਬੰਦਾ, ਇਹ ਚੂੜਾ, ਮਜ਼ਹਬੀ ਇਹਦੇ ਭਾਂਡੇ ਲੱਗ ਕਰੋ, ਇਹਦੇ ਹੱਥ ਦਾ ਮੈਂ ਆਹ ਨਹੀਂ ਖਾਣਾ, ਉਹ ਨਹੀਂ ਕਰਨਾ। ਕਲਗੀਧਰ ਪਾਤਸ਼ਾਹ ਨੇ ਜਾਤ ਪਾਤ ਖਤਮ ਕੀਤੀ ਸੀ, ਪਰ ਉਹ ਬਣ ਗਈ ਦੁਆਰਾ। ਤੇ 5 ਵਿਕਾਰ, ਉਹਨਾਂ ਤੋਂ ਪਰੇ ਰਹਿਣਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਭਾਵ ਕਿ ਮਨ 'ਤੇ ਕਾਬੂ ਪਾਉਣਾ। ਜਿਹਨੇ ਮਨ 'ਤੇ ਕਾਬੂ ਪਾ ਲਿਆ, ਉਹਨਾਂ ਨੇ ਤੇ ਵੀ ਕਾਬੂ ਪਾ ਲਿਆ। ਹੁਣ ਅੱਜ ਕੱਲ੍ਹ ਉਲਟਾ, ਮਨ ਸਾਡੇ 'ਤੇ ਹਾਵੀ ਹੈ। ਜਿਸ ਤਰ੍ਹਾਂ ਅਪਗ੍ਰੇਡ ਵੀ ਅੱਜ ਕੱਲ੍ਹ ਬਸ ਉਹ ਮਨ ਦੇ ਮਗਰ ਲੱਗਣ ਵਾਲੇ ਪ੍ਰਚਾਰ ਹੈ ਵੀ ਮਨ ਨੂੰ ਐਂ ਕਰੋ, ਮਨ ਜਿਵੇਂ ਕਹਿੰਦਾ ਖਵਾਹਿਸ਼ਾਂ ਪੂਰੀਆਂ ਕਰ ਲਓ, ਉਹ ਕਰ ਲਓ, ਜੋ ਕਰ ਲਓ। ਇਹ ਗੱਲ ਹੈ। ਉਹੀ ਹਾਲ ਇਹਨਾਂ ਦਾ। ਕਾਮ ਸਾਰਿਆਂ ਨਾਲੋਂ ਵੱਧ, ਕ੍ਰੋਧ ਉਹ ਵੀ, ਲੋਭ ਤਾਂ ਸਿਰੇ ਹੀ ਆ, ਮੋਹ ਉਹ ਵੀ ਬਹੁਤ ਹੈ, ਹੰਕਾਰ ਉਹ ਵੀ ਬਹੁਤ ਜ਼ਿਆਦਾ ਹੈ। ਹਮ ਹੀ ਹਮ ਹੈ, ਬਾਕੀ ਸਭ ਪਾਣੀ ਕਮ ਹੈ। ਇਹ ਵੀ ਸੰਤ ਸਾਧ ਬਾਬੇ ਦੇ ਲੱਛਣ ਨਹੀਂ। ਫਿਰ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਭੋਜਨੰ ਗੋਪਾਲ ਕੀਰਤਨਮ ਅਲਪ ਮਾਇਆ ਜਲ ਕਮਲ ਰਹਿਤ ਹੈ।
ਸਿਫਤ ਸਲਾਹ ਗੁਰੂ ਦੀ ਕਰਕੇ ਆਪਣਾ ਜੀਵਨ ਨੂੰ ਜਿਉਣਾ। ਜੀਵਨ ਦਾ ਆਸਰਾ ਕੀ ਆ? ਵੀ ਗੁਰੂ ਦੀ ਸਿਫਤ ਸਲਾਹ ਹੀ ਕਰਨੀ ਆ, ਉਸਤਤ ਕਰਨੀ ਆ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਗੁਰੂ ਨਾਨਕ ਸਾਹਿਬ ਤੇਰੀ ਜੈ ਹੋਵੇ। ਬਾਬਾ ਨੰਦ ਸਿੰਘ ਜੀ ਗੁਰੂ ਨਾਨਕ ਸਾਹਿਬ ਤੇਰੀ ਜੈ ਹੋਵੇ ਬੜਾ ਪੜ੍ਹਾਇਆ ਕਰਦੇ ਸੀ। ਗੁਰੂ ਨਾਨਕ ਦੇ ਚਰਨਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਜੈ ਹੋਵੇ। ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ, ਕਿਹਾ ਨਹੀਂ ਮੰਨ ਕੇ ਦਿਖਾਇਆ। ਪਰ ਉਸਤਤ ਗੁਰੂ ਦੀ ਕਰਨੀ ਸੀ, ਹੁਣ ਕਿਹਦੀ ਹੋ ਰਹੀ ਹੈ? ਅਸੀਂ ਜੀ ਫਲਾਣੇ ਸੰਤਾਂ ਤੋਂ ਵਰੋਸਾਏ ਹਾਂ। ਸਾਡੇ ਸੰਤ ਜੀ ਬੜੇ ਪੂਰਨ ਬ੍ਰਹਮ ਗਿਆਨੀ ਸੀ, ਸਾਡੇ ਸੰਤ ਜੀ ਆਏ ਸੀ, ਸਾਡੇ ਸੰਤ ਜੀ ਉਹ ਸੀ, ਸਾਡੇ ਸੰਤ ਜੀ ਸੋਟੀ ਘੁਮਾਉਂਦੇ, ਸਾਡੇ ਸੰਤ ਜੀ ਉਹ ਕਰ ਦਿੰਦੇ ਸੀ। ਸੋ ਉਸਤਤ ਕਿਹਦੀ ਕਰਨੀ ਸੀ? ਗੁਰੂ ਦੀ। ਪਰ ਹੋ ਕਿਹਦੀ ਰਹੀ ਹੈ? ਫਲਾਣੇ ਸੰਤ ਜੀ ਪੂਰਨ ਮਹਾਂਪੁਰਖ ਸੀ। ਇਹ ਵੀ ਸੰਤ ਸਾਧ ਦੇ ਲੱਛਣ ਨਹੀਂ। ਮਾਇਆ ਤੋਂ ਨਿਰਲੇਪ ਰਹਿਣਾ, ਪਰ ਇਹ ਕਹਿੰਦੇ ਮਾਇਆ ਤੋਂ ਨਿਰਲੇਪ ਨਹੀਂ। ਅਗਰ ਮਾਇਆ ਸਾਥੋਂ ਦੂਰ ਭੱਜਦੀ ਅਰਦਾਸ ਕਰਨ ਤੋਂ ਬਾਅਦ ਚੋਂ, ਅਰਦਾਸ 'ਚ ਤਾਂ ਕਹਿਣਾ ਪੈਂਦਾ ਬਾਬੇ ਨੰਦ ਸਿੰਘ ਨੇ ਪੰਗਾ ਪਾਤਾ। ਅਰਦਾਸ 'ਚ ਕਹਾਤਾ ਸਾਡੇ ਤੋਂ ਆਪਣੀ ਮਾਇਆ ਨੂੰ ਮੋੜ ਲਓ, ਚਰਨਾਂ ਨਾਲ ਜੋੜ ਲਓ, ਕਹਿਣਾ ਪੈਂਦਾ। ਮਾਇਆ ਤੁਰਦੀ ਆ ਤੇ ਮਾਇਆ ਦੇ ਮਗਰ ਗੱਡੀਆਂ ਲੈ ਕੇ ਤੁਰੋ, ਮੁੜ ਕੇ ਲਿਆਓ ਉਹਨੂੰ। ਇਹ ਤਾਂ ਉੱਦਾਂ ਉੱਤੋਂ ਉੱਤੋਂ ਕਹਿੰਦੇ ਆ, ਅੰਦਰੋਂ ਥੋੜ੍ਹੀ ਕਹਿੰਦੇ ਆ। ਫਿਰ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ, ਉਪਦੇਸੰ ਸਭ ਮਿੱਤਰ ਸਤਰ ਭਗਵੰਤ ਭਗਤ ਭਾਵਨੀ। ਮਿੱਤਰ ਤੇ ਸ਼ਤਰੂ ਨੂੰ ਇੱਕੋ ਜਿਹਾ ਉਪਦੇਸ਼ ਦੇਣਾ। ਹੁਣ ਆਪਾਂ ਦੇਖੀਏ, ਇੱਕ ਬੰਦਾ ਲੱਖ ਰੁਪਏ ਦੀ ਸੇਵਾ ਲੈ ਕੇ ਆਇਆ। ਇੱਕ ਬੰਦਾ ਵਿਚਾਰਾ ਸ਼ਰਧਾਲੂ ਆ, ਜੋ ਗਰੀਬ ਆ, ਵਿਚਾਰਾ ਕੁਛ ਨਹੀਂ ਲੈ ਕੇ ਆਇਆ। ਉਹ ਇੱਕ ਸਤਸੰਗ ਕਰਨ ਦੀ ਖਾਤਰ, ਉਹ ਗੁਰੂ ਦੇ ਬਚਨ ਸੁਣਨ ਦੀ ਖਾਤਰ ਆ ਰਿਹਾ ਵੀ ਸਾਨੂੰ ਹੁਣ ਗੁਰੂ ਦੇ ਬਚਨ ਸੁਣਨਗੇ, ਗੁਰਬਾਣੀ ਸੁਣਾਂਗੇ, ਸਤਸੰਗ ਕਰਾਂਗੇ। ਸੋ ਕੀ ਕੀਤਾ ਜਾਂਦਾ? ਜੋ ਸੇਵਾਦਾਰ ਨੂੰ ਪਹਿਲਾਂ ਹੀ ਹਦਾਇਤ ਹੁੰਦੀ ਹੈ ਵੀ ਦੇਖੋ ਬਈ, ਜੇ ਤਾਂ ਕੋਈ ਸੇਵਾ ਵਾਲਾ ਵਾ ਤਾਂ ਅੰਦਰ ਆਉਣ ਦਿਓ, ਨਹੀਂ ਤਾਂ ਬਾਹਰੋਂ ਮੁੜ ਦਿਓ। ਹਾਂਜੀ, ਦਰਸ਼ਨ ਕਰਨੇ ਆ ਜੀ ਬਾਬਾ ਜੀ ਦੇ। ਠੀਕ ਆ ਜੀ, ਕੰਮ ਕੀ ਹੈ ਜੀ? ਸੇਵਾ ਕਰਨੀ ਹੈ। ਹਾਂਜੀ ਹਾਂਜੀ, ਆਇਓ। ਕੌਫੀ ਪੀਓਗੇ? ਕੋਲਡ ਡਰਿੰਕ ਆਵੇ? ਬਿਸਕਟ ਕਿਹੜੇ ਖਾਓਗੇ? ਕੌੜੇ ਲਿਆਵਾਂ? ਕਿਹੜੇ ਖਾਓਗੇ? ਗੋਭੀ ਵਾਲੇ ਜਾਂ ਪਨੀਰ ਵਾਲੇ? ਸੈਂਡਵਿਚ ਮੰਗਾਈਏ? ਪੀਜ਼ਾ ਤਾਂ ਨਹੀਂ ਖਾਣਾ? ਜੋਮੈਟੋ ਸਾਡੇ ਆਉਂਦਾ। ਬੜੀ ਸੇਵਾ ਕੀਤੀ ਜਾਂਦੀ ਹੈ। ਬੜੇ ਫਿਰ ਉਹਨਾਂ ਦੇ ਬੱਚਿਆਂ ਦੇ ਸਿਰ ਪਲੋਸੇ ਜਾਂਦੇ ਨੇ। ਸਿਰ ਬੱਚਿਆਂ ਦੇ ਨਹੀਂ ਪਲੋਸੇ ਜਾਂਦੇ, ਸਿਰ ਉਹ ਲੱਖ ਰੁਪਏ ਦੇ ਪਲੋਸੇ ਜਾਂਦੇ ਆ। ਤੇ ਦੂਸਰਾ ਗਰੀਬ ਸਿੱਖ ਜਿਹੜਾ ਬਾਹਰ ਬੈਠਾ, ਉਹਦੀ ਕਪੈਸਿਟੀ ਹੈ ਨਹੀਂ। ਉਹ ਸਿਰਫ ਇੱਕ ਨਮਸਕਾਰ ਕਰਨ ਜੋਗਾ, ਸ਼ਰਧਾ ਉਹਦੇ 'ਚ ਵੱਧ ਹੈ। ਪਰ ਉਹਦੀ ਸ਼ਰਧਾ, ਚਲੋ ਫਿਰ ਵੀ ਵਿਚਾਰਾ ਸੋਚ ਲੈਂਦਾ ਵੀ ਚਲੋ ਕੋਈ ਨਹੀਂ, ਆਰਾਮ 'ਚ ਨਹੀਂ ਜਾਂ ਕੋਈ ਗੱਲਬਾਤ ਕਰਦੇ ਨੇ, ਚਲੋ ਕੋਈ ਨਹੀਂ। ਸੋ ਇਹ ਵੀ ਫਿਰ ਉਹਨੂੰ ਉਪਦੇਸ਼ ਕੀ ਦੇਣਾ ਵੀ ਚੜ੍ਹਦੀ ਕਲਾ ਹੋ ਜੂਗੀ, ਉਹ ਹੋ ਜੂਗੀ, ਆਪਾਂ ਵੱਧ ਤੋਂ ਵੱਧ ਸੇਵਾ ਕਰਨੀ ਹੈ। ਹੁਣ ਗਾਹ ਸਾਡੇ ਸਮਾਗਮ ਆ ਰਹੇ ਨੇ, ਆਪਾਂ ਪਾਠਾਂ 'ਚ ਸੇਵਾ ਕਰਨੀ ਹੈ, ਆਪਾਂ ਕੋਤਰੀ ਕਰਾਉਣੀ ਆ। ਕੋਤਰੀ 'ਚ ਭਾਈ 51 ਪਾਠ ਤੇਰੇ, 51 100 ਚੋਂ ਘਟਾ ਦਿਓ, 51 ਪਾਠ ਵੇਚਦੇ। ਗੁਰੂ ਗ੍ਰੰਥ ਸਾਹਿਬ ਵੇਚਤਾ। ਗੁਰੂ ਆ? ਨਹੀਂ ਨਹੀਂ ਨਹੀਂ, ਗ੍ਰੰਥ ਹੈ, ਵੇਚੋ, ਹੋਰ ਲੈ ਲਾਂਗੇ। ਕਿੰਨੇ ਚਾਹੀਦੇ ਸਰੂਪ? ਅੰਮ੍ਰਿਤਸਰੋਂ ਬਥੇਰੇ ਸਸਤੇ ਸਸਤੇ ਮਿਲ ਜਾਂਦੇ ਆ। ਉਹ ਵੀ ਕਿਸੇ ਦੀ ਸੇਵਾ ਲਾ ਦੇਂਗੇ, ਅਸੀਂ ਆਪ ਥੋੜ੍ਹੀ ਲੈਣਾ ਵੀ ਇੰਨੇ ਸਰੂਪ ਸਾਨੂੰ ਪਹੁੰਚਦੇ ਕਰੋ। ਚਲੋ ਫਿਰ ਕੋਈ ਦੂਸਰਾ ਆ ਗਿਆ, ਉਹਨੂੰ ਉਪਦੇਸ਼ ਹੋਰ ਆ। ਨਹੀਂ 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 ਨਹੀਂ, ਐ ਹੋ ਗਿਆ, ਉਹ ਹੋ ਗਿਆ। ਉਪਦੇਸ਼ ਇੱਕੋ ਜਿਹਾ ਨਹੀਂ ਹੈ, ਸਭ ਲਈ ਇੱਕੋ ਜਿਹਾ ਨਹੀਂ ਹੈ। ਪੈਸੇ ਵਾਲੇ ਨੂੰ ਉਪਦੇਸ਼ ਹੋਰ ਆ, ਗਰੀਬ ਬੰਦੇ ਨੂੰ ਤਾਂ ਸਟੇਜ 'ਤੇ ਬੈਠ ਕੇ ਉਪਦੇਸ਼ ਦੇਵਾਂਗੇ ਦੂਰੋਂ ਹੀ। ਸੋ ਇਹ ਵੀ ਕੋਈ ਸੰਤ ਸਾਧ ਬਾਬੇ ਦੇ ਲੱਛਣ ਨਹੀਂ ਹੈ। ਪਰ ਨਿੰਦਾ ਨਹਿ ਸਰੋਤ ਸਰਬਣਮ, ਆਪ ਤਿਆਗ ਸਗਲ ਰੇਣੁਕਾ। ਪਰਾਈ ਨਿੰਦਿਆ ਨਾ ਕਰਨੀ ਤੇ ਨਾ ਸੁਣਨੀ, ਤੇ ਆਪਾ ਭਾਵ ਨੂੰ ਛੱਡ ਕੇ ਗੁਰੂ ਦੇ ਚਰਨਾਂ ਨਾਲ ਜੁੜਨਾ। ਪਰਾਈ ਨਿੰਦਿਆ ਨਾ ਕਰਨੀ ਤੇ ਨਾ ਸੁਣਨੀ। ਇਹ ਕਹਿੰਦੇ ਅਸੀਂ ਕਰਨੀ ਵੀ ਆ ਤੇ ਸੁਣਨੀ ਵੀ ਆ, ਤੇ ਆਪਾ ਭਾਵ ਤਾਂ ਸਾਡੇ ਕੋਲੇ ਗੱਲ ਕਰੋ ਹੀ ਨਾ।
क्यों? साडे जे असीं आपां ही छੱਡਤਾ साडी मेर की रह जू? फिर सानू पूर्ण ब्रह्म ज्ञानी किहने कहना? सानू पूर्ण ब्रह्म ज्ञानी किहने कहना जे असीं गुरु ग्रंथ साहिब जी दे बराबर गद्दी लाई हो ना? ये आपा भाव जे असीं हाँ तां ये कुछ हो रहा, जे असीं नहीं तां ये कुछ नहीं होना सी। ये आपा हंकार हौमै नावे नाल विरोध है, दोए ना वसे एक ठाए। जिथे हौमै आ उत्थे नाम नहीं, जिथे नाम आ उत्थे हौमै तां आउंदी नहीं। जिथे तू आ उत्थे मैं नहीं, जिथे मैं आ उत्थे तू नहीं, एक जगह नहीं वसदे। सो ये चीज़ां ये लक्षण भी संत साध दे जे ये चीज़ां हैगियां तां वो संत साध नहीं है तो वो संत साध कहाउण दे लायक हैगा। सो फिर गुरु साहब जी आखिर दे विच फरमान करते हैं, खट लक्षण पूर्णम पुरख है, नानक नाम साध सजन है। ये 6 लक्षण दसे ने गुरु साहब जी ने। खट तो भाव 6 खट लक्षण, ये 6 लक्षण ने जिहदे च ये 6 लक्षण हैगे ने ਉਹੀ संत है, ਉਹੀ साध है, ਉਹੀ बाबा कहाउण दे लायक हैगा। ਹੁਣ ਆਪਾਂ सारी व्याख्या खोल के देख ली है, ये मेरे हिसाब नाल 6 ਦੇ 6 लक्षण है ही नहीं। तो फिर ये की कहिए इन्हां नूं? फिर कहंदे आ निंदक निंदिया करदे ने। निंदक निंदिया करदे नहीं, निंदक तां तुसीं निंदिया करवाउने आ, पर करवाउने किहदी आ? मुੱਢ ਦੀ। ਉਹ ਮੁੱਢ ਦੀ ਨਿੰਦਿਆ ਕਰਦੇ ਆ ਤੇ ਇਹ ਮੁੱਢ ਨੂੰ ਪੁੱਛਦੇ ਨਹੀਂ। ਸੋ ਇੰਨੀਆਂ ਕੁ ਬੇਨਤੀਆਂ ਸੀ, ਥੋੜ੍ਹਾ ਜਿਹਾ ਬਖਸ਼ੋ, ਜੋਤਾਂ ਨੂੰ ਥੋੜ੍ਹਾ ਜਿਹਾ ਸਾਹ ਦਿਵਾਓ, ਉਹਨਾਂ ਨੂੰ ਬਾਹਰ ਨਿਕਲਣ ਦਿਓ, ਆਸੇ ਪਾਸੇ ਗੇੜਾ ਗੂੜਾ ਕੱਢੇ ਆਉਣ ਦਿਓ, ਕੋਈ ਨਹੀਂ 2-4 ਦਿਨ ਕੱਢੇ ਆਉਣ ਦਿਓ, ਉਹਨਾਂ ਨੂੰ ਕਿਤੇ ਸੰਗਲ ਖੋਲ੍ਹ ਦਿਓ ਜੋਤਾਂ ਦਾ ਆਪਦੇ ਵਿੱਚੋਂ ਕੱਢ ਕੇ, ਤੇ ਗੇੜਾ ਗੂੜਾ ਕੱਢ ਕੇ ਵਾਪਸ ਆ ਗਈਆਂ, ਫਿਰ ਉਹਨਾਂ ਨੂੰ ਬਾੜ ਲਿਓ, ਕੋਈ ਚੱਕਰ ਨਹੀਂ ਗਾ। 2-4 ਦਿਨ ਜੋਤਾਂ ਤੋਂ ਬਗੈਰ ਰਹਿ ਕੇ ਵੀ ਇੱਕ ਵਾਰੀ ਦੇਖ ਲਓ ਵੀ ਕਿੱਦਾਂ ਦਾ ਜੀਵਨ ਬਤੀਤ ਹੁੰਦਾ। ਆਪਾਂ ਭਾਵ ਛੱਡ ਦਿਓ, ਇਹ ਬਾਬਾ ਪ੍ਰਥਾ ਜਿਹੜੀ ਹੈਗੀ ਆ ਇਹ ਖਤਮ ਕਰੋ। ਬਾਬਾ ਜਿਹੜਾ ਸੀ, ਬਾਬਾ ਜਿਹੜਾ ਹੈ ਉਹੀ ਹੈ। ਸਾਨੂੰ ਕੋਈ ਹੱਕ ਨਹੀਂ ਬਾਬਾ ਲਿਖਾਉਣ ਦਾ, ਮੈਨੂੰ ਕੋਈ ਹੱਕ ਨਹੀਂ ਬਾਬਾ ਲਿਖਾਉਣ ਦਾ। ਮੇਰੇ 'ਚ ਕੀ ਹੈਸੀਅਤ ਆ, ਮੇਰੇ 'ਚ ਕੀ ਗੁਣ ਨੇ, ਮੈਂ ਬਾਬਾ ਲਿਖਾਵਾਂ। ਸੋ ਨਿੰਦਕ ਨਿੰਦਿਆ ਕਰਦੇ ਨੇ ਤਾਂ ਜੇ ਅਸੀਂ ਨਿੰਦਿਆ ਕਰਵਾਉਂਦੇ ਹਾਂ। ਸੋ ਗੱਲਾਂ ਹਜੇ ਬਹੁਤ ਨੇ, ਕਰਨ ਨੂੰ ਬੜਾ ਜੀ ਕਰਦਾ ਹੈ, ਪਰ ਹਾਲੇ ਸਮਾਂ ਨਹੀਂ ਹੈ। ਹਾਲੇ ਸਾਨੂੰ ਵੀ ਬਹੁਤ ਲੋਕ ਆਪਣੇ ਨਾਲ ਲਵੇੜਨਾ ਚਾਹੁੰਦੇ ਨੇ। ਬਹੁਤ ਉਹ ਤਰ੍ਹਾਂ ਦੇ ਬਾਬੇ ਨੇ ਜੋ ਲਗੌੜ ਇਕੱਠੀ ਹੋ ਕੇ ਸਾਨੂੰ ਢਾਉਣਾ ਚਾਹੁੰਦੇ ਨੇ, ਪਰ ਉਹ ਇਹ ਨਹੀਂ ਪਤਾ ਵੀ ਸ਼ੇਰਪੁਰੀਏ ਢਾਉਂਦੇ ਨਹੀਂ, ਢਾਉਂਦੇ ਨੇ। ਸੋ ਹੈ ਤਾਂ ਹੰਕਾਰ ਦੇ ਲਫ਼ਜ਼ ਹੈ, ਪਰ ਇਹਨੂੰ ਆਪਾਂ ਮਾਣ ਕਹਿ ਕੇ ਪਾਸਾ ਪਲਟਾ ਦਿੰਦੇ ਹਾਂ। ਸਾਨੂੰ ਆਪਣੇ ਗੁਰੂ 'ਤੇ ਮਾਣ ਹੈ, ਸਾਨੂੰ ਆਪਣੀ ਜ਼ੁਬਾਨ 'ਤੇ ਮਾਣ ਹੈ ਜਿਹੜੀ ਗੁਰੂ ਦੇ ਲਈ ਚੱਲਦੀ ਹੈ। ਅਸੀਂ ਕਿਸੇ ਸੰਤ ਸਾਧ ਦੀ ਉਸਤਤ ਨਹੀਂ ਕਰਦੇ, ਅਸੀਂ ਕਰਦੇ ਹਾਂ, ਅਸੀਂ ਆਪਣੀ ਮੁੱਢ ਦੀ ਉਸਤਤ ਕਰਦੇ ਹਾਂ। ਅਸੀਂ ਮੁੱਢ ਨੂੰ ਪਾਣੀ ਪਾਉਂਦੇ ਹਾਂ ਤਾਂ ਸਾਰੇ ਦੁਨੀਆ ਦੇ ਕੁੱਲ ਕਾਇਨਾਤ ਦੇ ਸੰਤਾਂ ਨੂੰ ਉਸਤਤ ਪਹੁੰਚ ਜਾਂਦੀ ਹੈ। ਪੱਤਿਆਂ ਨੂੰ ਪਾਣੀ ਨਹੀਂ ਪਾਉਂਦੇ ਅਸੀਂ, ਪੱਤਿਆਂ ਨੂੰ ਪਾਵਾਂਗੇ ਮੁੱਢ ਨੂੰ ਕੀ ਅਸਰ ਹੋਣਾ ਹੈ। ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਸੀ, ਕਬੂਲ ਕਰਿਓ। ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤਾਂ, ਜੇ ਤਾਂ ਕਿਸੇ ਅਸਲੀ ਸੰਤ ਸਾਧ ਨੂੰ ਗੁੱਸਾ ਲੱਗਿਆ ਹੋਵੇ ਤਾਂ ਮੈਂ ਉਹਨਾਂ ਤੋਂ ਮਾਫੀ ਚਾਹੁੰਦਾ। ਜਿਹੜੇ ਮੇਰੇ ਵਰਗੇ ਧੂਤੇ ਨਕਲੀ ਆ, ਚਿੱਟੇ ਚੋਲਿਆਂ ਵਾਲੇ, ਚਿੱਟੀਆਂ ਪੱਗਾਂ ਬੰਨੀਆਂ, ਮੋਟਰਸਾਈਕਲਾਂ 'ਤੇ ਜਦੋਂ ਜਾਂਦੇ ਆ ਚੋਲੇ ਉੱਡਦੀਆਂ ਜਿਵੇਂ ਫਰਾਕਾਂ ਉੱਡਦੀਆਂ ਹੁੰਦੀਆਂ, ਤਾਂ ਦੇਖ ਕੇ ਲੱਗਦਾ ਵੀ ਚੋਲੇ ਨਹੀਂ ਉੱਡਦੇ, ਬਾਬੇ ਨੰਦ ਸਿੰਘ ਦੀ ਮਰਿਆਦਾ ਉੱਡਦੀ ਹੈ। ਸ਼ਰਮ ਨਹੀਂ ਖਾਂਦੇ, ਚੋਲੇ ਪਾ ਪਾ ਕੇ ਬਾਜ਼ਾਰਾਂ 'ਚ ਲੋਕਾਂ ਦੀਆਂ ਮਿੰਨਤਾਂ ਕਰਦੇ ਫਿਰਦੇ ਨੇ, ਦੇ ਉਹ ਕਹਿੰਦਾ ਦੇ 500 ਦੇ ਨਹੀਂ 450 ਲਿਆ ਤੂੰ। ਮੈਂ ਨਾਨਕਸਰ ਤੋਂ ਆ, ਮੈਂ ਫਲਾਣੀ ਸੰਪਰਦਾ ਤੋਂ ਆ, ਮੈਂ ਉੱਥੋਂ ਆ। ਬਥੇਰੇ ਦੇਖਿਆ ਤੇ ਬਥੇਰੇ ਕੁੱਟੇ ਵੀ ਆ। ਸੀ ਇੱਕ ਬਾਬਾ ਚਰਨ ਸਿੰਘ ਜੀ ਨੇ ਫੜ ਲਿਆ ਸੀ ਇੱਥੇ ਜਗਰਾਓਂ,
चिट्टा चोला पाया, इत्थे मीट की दुकान ते बड़ा खड़ा। चौंक दे विच खड़े सी, जो देखा भी ये चक्कर की कितों निकलदा है, निगाह रखियो, जो देखा भी लिफाफा जिहा लेके निकल के ना टेंपू 'च वड़ गया। गांह जाके इत्थे उतर लगा तो इन्हां ने गड्डियां ला लियां, तीन मूहरे ते घेर लिया। कहते हाँ भी बाबा जी की लैके चले आ? ਉਹ नहीं दवाई आ पुत्त, दवाई आ पुत्त, दवाई आ। जो देखा विच ਉਹ मीट ते खुल लाई पूरी हो गई। कहना तू करना ही सी ते घट्टो घट्ट चोला तो ला दिंदा। चोला पा के हुण तैनूं कोई देखे तो कहूगा जांदे नानक खरगीए, उल्टा कहणगे कि इहनूं बाबे नंद सिओ, ते कसूर किहदा? इन्हां दा। सो आपां बड़ा विस्तार 'ਚ ਤਾਂ ना जाइए, क्योंकि गल्लां होर बहुत निकले आउणगीਆਂ, हाले ਉਹ ਕਰਨ ਦਾ ਸਮਾਂ नहीं हैगा। सो अगे हुण आखिर ਦੇ ਵਿੱਚ ਬੇਨਤੀ ਕਰਨੀ ਆ, बाबा नंद सिंह जी ਦਾ जन्म दिहाड़ा आ रहा, उन्हां दे जद्दी पिंड, क्योंकि घर तो घर ही हुंदा है, जिथे बच्चे का जन्म हुंदा है खुशियां तो उत्थे ही हुंदियां ने। सो बेनती है सब ने हुम हुमा के पुजना वा। आ 19 तरीक तो पाठ शुरू होणगे। एक बेनती है, पाठ इज़ नॉट फॉर सेल, साडे पाठ विकाऊ नहीं है। सो 19 तरीक तो पाठ प्रकाश होणगे। सो इस तरह करते करते लड़ियां दे विच भोग पैणगे ते 29 तरीक नूं 29 अक्तूबर नूं समाप्ति है, पाठां दे भोग पैणगे। 28 तरीक नूं नगर परिक्रमा है, सवेरे संघासन समारोह होਵੇਗਾ, सोने के संघासन है, गुरु ग्रंथ साहब जी विराजमान होणगे। सो ऐतकी 150 साल बाबा नंद सिंह जी का ते कुछ खास कीतियां ਉਹ ਤੁਹਾਨੂੰ मौके ਤੇ ਜਿਹੜੀਆਂ ਸੰਗਤਾਂ ਆਉਣਗੀਆਂ ਉਹਨਾਂ ਨੂੰ ਪਤਾ ਲੱਗ ਜਾਏਗਾ। ਬਾਕੀ ਇਸ ਚੈਨਲ ਤੇ ਆਨੰਦ ਮਾਰਗ ਤੇ ਲਾਈਵ ਵੀ ਚੱਲੇਗਾ। ਆਪਣਾ 28 ਤਰੀਕ ਦਾ ਸਾਰਾ ਤੇ 28 ਤਰੀਕ ਦੀ ਰਾਤ ਨੂੰ ਰਹਿਣ ਸਬਾਈ ਹੈ, ਤੇ ਰਾਤ ਨੂੰ ਵੀ 28 ਤਰੀਕ ਦੀ ਰਾਤ ਤੇ 29 ਦਾ ਜਿਹੜਾ ਮਰਤੇ ਵਾਲੇ ਨੇ 1:13 ਤੇ ਉਹ ਸਮਾਂ ਵੀ ਦੇਖਣ ਵਾਲਾ ਹੁੰਦਾ। ਉਹ ਸਮਾਂ ਵੀ ਸੰਗਤਾਂ ਨੂੰ ਜਿੱਥੋਂ ਜਿੱਥੋਂ ਵੀ ਸੰਗਤਾਂ ਆ ਸਕਦੀਆਂ ਨੇ ਬੇਨਤੀ ਹੈ, ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਪਹੁੰਚਾਇਓ। गुरु ग्रंथ साहब जी महाराज जी फिर सोने के सिंहासनां ते बैठ के भोग लाउणगे। फिर गुरु ग्रंथ साहब जी महाराज जी नूं फिर आउणगे, फिर पालकी दे सोने की पालकी दे विच गुरु ग्रंथ साहब जी विराजमान हो के पूरे नगर नूं दर्शन खुले देणगे। ये नहीं भी गुरु ग्रंथ साहब जी अंदर बैठे ने कोई दर्शन नहीं कर सकता, गुरु ग्रंथ साहब जी महाराज खुले दर्शन दीदारे बख्शणगे उस दिन। ते शाम नूं पालकी मुड़ के आवेगी जन्म स्थान ते ਤੇ फिर रात ਨੂੰ ਰਹਿਣ ਸਵਾਈ ਹੈ। 1:13 ਦਾ ਪ੍ਰੋਗਰਾਮ ਆਉਂਦਾ, ਅਗਲੇ ਦਿਨ 29 ਤਰੀਕ ਨੂੰ ਭੋਗ ਹੈ। ਸੋ ਸਭ ਨੂੰ ਬੇਨਤੀ ਹੈ ਕਿ ਹੁਮ ਹੁਮਾ ਕੇ ਪੁੱਜਣਾ। ਸੋ ਅਸਲ ਤਾਂ ਘਰ ਹੀ ਹੁੰਦਾ ਹੈ। ਸੋ ਦਿਓ ਆਗਿਆ ਜੀ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਅਗਰ ਕੋਈ ਦੁੱਖ ਲੱਗਿਆ ਹੋਵੇ, ਸੋ ਪਹਿਲੀ ਆਖਰ ਤੇ ਨਾ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਤਾਂ ਸੰਤ ਸਾਧ, ਇਹ ਜ਼ਰੂਰੀ ਨਹੀਂ ਹੁੰਦਾ ਵੀ ਇਹ ਚਿੱਟੇ ਕੱਪੜੇ ਪਾ ਕੇ ਜਾਂ ਕੋਈ ਬਾਣਾ ਪਾ ਕੇ ਸੰਤ ਬਣਿਆ ਜਾਂਦਾ। संत साध बाबा नानक सिंह जी प्रमाण करते हैं कितने प्रकार के हैं, कि रेखते, एक भेखते, एक पिछे मुड़ के देखते, एक गधे वांगू लेटते। रेखते किहड़े होंदे जिहड़े धुर दरगाहां तो होंदे आ, जिहड़े गुरु नानक दे भेजे हुए, उस मालक दे भेजे हुए ने, वो संत होंदे ने। ये संत की है? ये गुण ने, चंगे गुण ने। चंगे गुण ये कोई कपड़े नहीं देखते, ये कोई बंदा बुढ़ी नहीं देखते, ये कोई जानवर नहीं देखते। चंगे गुण तो चंगे गुण ही होंदे आ। चंगे गुणां नूं संत कहा। रेखदे ते भेखदे किहड़े हुंदे आ? जिहड़े देखो देखी चोला पलदे मेरे वर्गे, जिहड़े आम दिखदे आ। ये एक भेखी संत है, पिछे मुड़ के दिखते, कमाई करनी, पाठ बेचने, पिछे अपनी जायदाद तैयार करनी। फिर गधे वांगू लेटते, जो स्वाह मल के गधे वांगू लेटते हैं। ये 4 तरह के साध संत होंदे ने। असल किहड़े आ? रेखदे, जिहड़े धुर दरगाह तो होंदे आ। सो बेनतियां कबूल करियो, खिमा दा जाचक है। वीडियो नूं शेयर करियो वध तो वध। सो
ਤਾਂ ਕਿ ਇਹਨਾਂ ਦੀਆਂ ਅੱਖਾਂ ਖੁੱਲ ਸਕਣ, ਕਿ ਥੋੜ੍ਹੀ ਜਿਹੀ ਸ਼ਰਮ ਆਵੇ। ਨਹੀਂ ਆਉਂਦੀ ਤਾਂ ਅਸੀਂ ਬੈਠੇ ਹਾਂ, ਸ਼ਰਮ ਦਵਾ ਕੇ ਹਟਾਂਗੇ ਅਸੀਂ। ਦਿਓ ਆਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।